ਹੈਲੋ ਸਟੂਡੈਂਟਸ, ਹਿਸਟਰੀ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਯੂਨਿਟ ਸੈਕਿੰਡ ਸ਼ੁਰੂ ਕਰਾਂਗੇ। ਇਸ ਯੂਨਿਟ ਦਾ ਪਹਿਲਾ ਕੁਐਸਚਨ ਹੈ ਬ੍ਰਿਟਿਸ਼ ਕ੍ਰਿਸ਼ੀ ਨੀਤੀਆਂ ਦਾ ਵਰਣਨ ਕਰੋ। ਜਦੋਂ ਸਿਲੇਬਸ ਤੁਹਾਨੂੰ ਕਰਵਾਇਆ ਸੀ ਉਦੋਂ ਇਹ ਕੁਐਸਚਨ ਮੈਂ ਲਿਖਵਾਇਆ ਸੀ। ਸ਼ੁਰੂ ਕਰਦੇ ਹਾਂ। ਬ੍ਰਿਟਿਸ਼ ਕਾਲ ਵਿੱਚ ਖੇਤੀ ਸੰਬੰਧੀ ਨੀਤੀਆਂ ਦਾ ਵਰਣਨ ਕਰੋ। ਭਾਰਤ ਹਮੇਸ਼ਾ ਹੀ ਇੱਕ ਖੇਤੀ ਪ੍ਰਧਾਨ ਦੇਸ਼ ਰਿਹਾ ਹੈ ਅਤੇ ਪ੍ਰਾਚੀਨ ਕਾਲ ਤੋਂ ਹੀ ਲਗਾਨ ਇੱਥੇ ਦੀ ਸਰਕਾਰਾਂ ਦੀ ਆਮਦਨ ਦਾ ਇੱਕ ਮੁੱਖ ਸਰੋਤ ਰਿਹਾ ਹੈ। 18ਵੀਂ ਸਦੀ ਵਿੱਚ ਜਦੋਂ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੇ ਸ਼ਾਸਨ ਦੀ ਸਥਾਪਨਾ ਹੋਈ ਤਾਂ ਉਸ ਨੇ ਸੈਨਾ ਅਤੇ ਹੋਰ ਪ੍ਰਸ਼ਾਸਨਿਕ ਕਾਰਜਾਂ 'ਤੇ ਖਰਚ ਕਰਨ ਦੇ ਲਈ ਧਨ ਦੀ ਲੋੜ ਨੂੰ ਮਹਿਸੂਸ ਕੀਤਾ। ਇਸ ਧਨ ਦੀ ਪੂਰਤੀ ਦੇ ਲਈ ਉਸਨੇ ਲਗਾਨ ਪ੍ਰਬੰਧ ਵਿੱਚ ਸੁਧਾਰ ਲਿਆਉਣਾ ਜ਼ਰੂਰੀ ਸਮਝਿਆ। ਉਸਨੇ ਭਾਰਤ ਵਿੱਚ ਅਨੇਕ ਤਰ੍ਹਾਂ ਦੀਆਂ ਲਗਾਨ ਪ੍ਰਣਾਲੀਆਂ ਲਾਗੂ ਕੀਤੀਆਂ। ਇਹਨਾਂ ਵਿੱਚੋਂ 3 ਦੀ ਗੱਲ ਅਸੀਂ ਕਰਾਂਗੇ। ਪਹਿਲੀ ਹੈ ਸਥਾਈ ਬੰਦੋਬਸਤ, ਦੂਜੀ ਹੈ ਰੈਤਬਾੜੀ ਬੰਦੋਬਸਤ ਅਤੇ ਤੀਜੀ ਪ੍ਰਣਾਲੀ ਹੈ ਮਹਿਲਵਾੜੀ ਬੰਦੋਬਸਤ। ਇਹਨਾਂ ਪ੍ਰਣਾਲੀਆਂ ਦੇ ਭਾਰਤੀ ਅਰਥ ਵਿਵਸਥਾ 'ਤੇ ਬੜੇ ਡੂੰਘੇ ਅਤੇ ਦੂਰਗਾਮੀ ਪ੍ਰਭਾਵ ਪਏ। ਪਹਿਲੀ ਅਸੀਂ ਸ਼ੁਰੂ ਕਰਾਂਗੇ ਪ੍ਰਣਾਲੀ ਸਥਾਈ ਬੰਦੋਬਸਤ। ਛੋਟੇ ਕੁਐਸਚਨ ਦੇ ਲਈ ਇਹ ਇੰਪੋਰਟੈਂਟ ਹੈ ਕਿਉਂਕਿ ਵੱਡਾ ਪ੍ਰਸ਼ਨ ਪਿਛਲੇ ਸਾਲ ਪੁੱਛਿਆ ਜਾ ਚੁੱਕਿਆ ਹੈ। 1793 ਈਸਵੀ ਵਿੱਚ ਲਾਰਡ ਕਾਰਨਵਾਲਿਸ ਦੁਆਰਾ ਲਾਗੂ ਕੀਤੇ ਗਏ ਸਥਾਈ ਬੰਦੋਬਸਤ ਨੂੰ ਸਭ ਤੋਂ ਮਹਾਨ ਸਫਲਤਾ ਪ੍ਰਾਪਤ ਹੋਈ ਸੀ। ਇਹ ਛੋਟਾ ਕੁਐਸਚਨ ਪੁੱਛਿਆ ਗਿਆ ਹੈ ਕਿ ਸਥਾਈ ਬੰਦੋਬਸਤ ਕਦੋਂ ਅਤੇ ਕਿਸ ਦੇ ਦੁਆਰਾ ਲਾਗੂ ਕੀਤਾ ਗਿਆ। ਪਹਿਲਾਂ ਗੱਲ ਕਰਾਂਗੇ ਇਸ ਦੇ ਪ੍ਰਿਸ਼ਠਭੂਮੀ ਦੀ ਜਾਂ ਬੈਕਗਰਾਊਂਡ ਦੀ। ਲਾਰਡ ਕਲਾਈਵ ਨੇ 1765 ਈਸਵੀ ਵਿੱਚ ਇਲਾਹਾਬਾਦ ਦੀ ਸੰਧੀ ਦੁਆਰਾ ਮੁਗਲ ਬਾਦਸ਼ਾਹ ਸ਼ਾਹ ਆਲਮ ਤੋਂ ਈਸਟ ਇੰਡੀਆ ਕੰਪਨੀ ਦੇ ਲਈ ਬੰਗਾਲ, ਬਿਹਾਰ ਅਤੇ ਉੜੀਸਾ ਦੀ ਦੀਵਾਨੀ ਪ੍ਰਾਪਤ ਕੀਤੀ ਸੀ। ਦੀਵਾਨੀ ਮਤਲਬ ਲਗਾਨ ਸੰਬੰਧੀ ਅਧਿਕਾਰ। ਇਸ ਦੇ ਨਾਲ ਕੰਪਨੀ ਨੂੰ ਇਹਨਾਂ ਪ੍ਰਦੇਸ਼ਾਂ ਦੀ ਭੂਮੀ ਦਾ ਨਿਰੀਖਣ ਅਤੇ ਲਗਾਨ ਪ੍ਰਾਪਤ ਕਰਨ ਦਾ ਅਧਿਕਾਰ ਮਿਲ ਗਿਆ। ਇਸ ਸਮੇਂ ਲਾਰਡ ਕਲਾਈਵ ਨੇ ਲਗਾਨ ਇਕੱਠਾ ਕਰਨ ਦੀ ਪੁਰਾਣੀ ਵਿਵਸਥਾ ਨੂੰ ਹੀ ਜਾਰੀ ਰੱਖਣ ਦਾ ਫੈਸਲਾ ਲਿਆ। ਇਸ ਉਦੇਸ਼ ਨਾਲ ਉਸਨੇ ਨਾਇਬਾਂ ਨੂੰ ਨਿਯੁਕਤ ਕੀਤਾ ਸੀ। ਇਹ ਨਾਇਬ ਕਿਸਾਨਾਂ ਦਾ ਬਹੁਤ ਸ਼ੋਸ਼ਣ ਕਰਦੇ ਸਨ ਅਤੇ ਜ਼ਿਆਦਾ ਤੋਂ ਜ਼ਿਆਦਾ ਲਗਾਨ ਇਕੱਠਾ ਕਰਕੇ ਆਪਣੇ ਲਈ ਧਨ ਜਾਂ ਪੈਸਾ ਬਚਾ ਲੈਂਦੇ ਸਨ। ਇਸ ਦਾ ਖੇਤੀ 'ਤੇ ਬੜਾ ਪ੍ਰਤੀਕੂਲ ਪ੍ਰਭਾਵ ਪਿਆ ਅਤੇ ਕਿਸਾਨਾਂ ਦੀ ਸਥਿਤੀ ਦਿਨੋ ਦਿਨ ਤਰਸਯੋਗ ਜਾਂ ਬਦਤਰ ਹੁੰਦੀ ਚਲੀ ਗਈ। ਕਲਾਈਵ ਦੇ 2 ਉੱਤਰਾਧਿਕਾਰੀ ਬੈਰਲਸਟ ਅਤੇ ਕਾਰਟੀਅਰ ਨੇ ਵੀ ਉਸ ਦੀ ਨੀਤੀ ਨੂੰ ਜਾਰੀ ਰੱਖਿਆ। 1772 ਈਸਵੀ ਦੇ ਵਿੱਚ ਵਾਰਨ ਹੈਸਟਿੰਗਸ ਬੰਗਾਲ ਦਾ ਨਵਾਂ ਗਵਰਨਰ ਬਣਿਆ। ਉਸਨੇ ਵਿੱਤੀ ਵਿਵਸਥਾ ਨੂੰ ਅਸਤ ਵਿਅਸਤ ਪਾਇਆ। ਵਿੱਤੀ ਵਿਵਸਥਾ ਨੂੰ ਪਟੜੀ 'ਤੇ ਲਿਆਉਣ ਦੇ ਉਦੇਸ਼ ਨਾਲ ਉਸ ਨੇ ਲਗਾਨ ਇਕੱਠਾ ਕਰਨ ਦੀ ਜ਼ਿੰਮੇਵਾਰੀ ਸਿੱਧੀ ਆਪਣੇ ਉੱਤੇ ਹੀ ਲੈ ਲਈ। ਉਸ ਨੇ ਆਪਣੀ ਪ੍ਰਧਾਨਤਾ ਵਿੱਚ ਇੱਕ ਲਗਾਨ ਬੋਰਡ ਜਾਂ ਰਾਜਸਵ ਬੋਰਡ ਦਾ ਗਠਨ ਕੀਤਾ। ਇਸ ਬੋਰਡ ਨੇ 5 ਸਾਲਾਂ ਤੱਕ ਪੱਟੇ 'ਤੇ ਜ਼ਮੀਨ ਦੇਣ ਦੀ ਪ੍ਰਣਾਲੀ ਸ਼ੁਰੂ ਕੀਤੀ। ਇਹ ਪੱਟਾ ਸਭ ਤੋਂ ਜ਼ਿਆਦਾ ਬੋਲੀ ਦੇਣ ਵਾਲੇ ਜ਼ਮੀਂਦਾਰ ਨੂੰ ਦਿੱਤਾ ਜਾਂਦਾ ਸੀ। ਇਹ ਜ਼ਮੀਂਦਾਰ ਜੋਸ਼ ਵਿੱਚ ਆ ਕੇ ਬਹੁਤ ਉੱਚੀ ਬੋਲੀ ਲਾ ਦਿੰਦੇ ਸਨ। ਇਹ ਗੱਲਾਂ ਅਸੀਂ ਪਿਛਲੇ ਕੁਐਸਚਨਾਂ ਵਿੱਚ ਵੀ ਪੜ੍ਹੀਆਂ ਹਨ। ਇਸ ਨੂੰ ਵਸੂਲ ਕਰਨ ਦੇ ਲਈ ਉਹ ਕਿਸਾਨਾਂ 'ਤੇ ਘੋਰ ਅਤਿਆਚਾਰ ਕਰਦੇ ਸਨ। ਇਸ ਤਰ੍ਹਾਂ ਇਹ 5 ਸਾਲਾ ਪੱਟਾ ਪ੍ਰਣਾਲੀ ਵੀ ਬਹੁਤ ਹੀ ਹਾਨੀਕਾਰਕ ਜਾਂ ਵਿਨਾਸ਼ਕਾਰੀ ਸਿੱਧ ਹੋਈ। ਅਗਲਾ ਪੁਆਇੰਟ ਸਥਾਈ ਬੰਦੋਬਸਤ ਨੂੰ ਲਾਗੂ ਕਰਨਾ। ਲਾਰਡ ਕਾਰਨਵਾਲਿਸ ਨੂੰ ਭਾਰਤ ਦਾ ਗਵਰਨਰ ਜਨਰਲ ਨਿਯੁਕਤ ਕਰਨ ਤੋਂ ਪਹਿਲਾਂ ਲਗਾਨ ਪ੍ਰਣਾਲੀ ਵਿੱਚ ਜੋ ਵੀ ਸੁਧਾਰ ਕੀਤੇ ਗਏ ਸਨ
ਉਹ ਸਾਰੇ ਅਸਫਲ ਰਹੇ। ਇਸ ਦੇ ਨਾਲ ਨਾ ਕੇਵਲ ਸਰਕਾਰ ਦੀ ਆਮਦਨ ਵਿੱਚ ਕਮੀ ਹੋ ਗਈ ਬਲਕਿ ਕਿਸਾਨਾਂ ਵਿੱਚ ਵੀ ਗੁੱਸਾ ਵੱਧ ਗਿਆ। ਇਸ ਵਿਗੜਦੀ ਹੋਈ ਸਥਿਤੀ ਨੂੰ ਨਿਯੰਤਰਣ ਵਿੱਚ ਕਰਨ ਦੇ ਉਦੇਸ਼ ਨਾਲ 1786 ਈਸਵੀ ਵਿੱਚ ਲਾਰਡ ਕਾਰਨਵਾਲਿਸ ਨੂੰ ਭਾਰਤ ਦਾ ਗਵਰਨਰ ਜਨਰਲ ਬਣਾ ਕੇ ਭੇਜਿਆ ਗਿਆ। ਉਸ ਨੂੰ ਲਗਾਨ ਪ੍ਰਣਾਲੀ ਵਿੱਚ ਸੁਧਾਰ ਕਰਨ ਅਤੇ ਕਿਸਾਨਾਂ ਨੂੰ ਰਾਹਤ ਪਹੁੰਚਾਉਣ ਦੇ ਲਈ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੋਂ ਆਦੇਸ਼ ਜਾਂ ਨਿਰਦੇਸ਼ ਦਿੱਤੇ ਗਏ ਸਨ। ਜਦੋਂ ਕਾਰਨਵਾਲਿਸ ਭਾਰਤ ਪਹੁੰਚਿਆ ਤਾਂ ਉਸਨੇ ਜ਼ਮੀਂਦਾਰਾਂ ਅਤੇ ਕਿਸਾਨਾਂ ਦੀ ਦਸ਼ਾ ਨੂੰ ਦੇਖ ਕੇ ਉਹ ਬੜਾ ਹੀ ਪਰੇਸ਼ਾਨ ਹੋਇਆ। ਇਸ ਤੋਂ ਇਲਾਵਾ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਨਿਰਦੇਸ਼ਕ ਵੀ ਲਗਾਤਾਰ ਘਟ ਰਹੇ ਲਗਾਨ ਦੇ ਕਾਰਨ ਬੜੇ ਪਰੇਸ਼ਾਨ ਸਨ। ਇਸ ਦਿਸ਼ਾ ਵਿੱਚ ਸੁਧਾਰ ਕਰਨ ਦੇ ਉਦੇਸ਼ ਨਾਲ ਲਾਰਡ ਕਾਰਨਵਾਲਿਸ ਨੇ ਸਰ ਜੌਨ ਸ਼ੋਰ ਨੂੰ ਨਿਯੁਕਤ ਕੀਤਾ। ਉਸ ਦੀ ਸਿਫਾਰਸ਼ਾਂ 'ਤੇ ਲਾਰਡ ਕਾਰਨਵਾਲਿਸ ਨੇ 1790 ਈਸਵੀ ਵਿੱਚ ਜ਼ਮੀਂਦਾਰਾਂ ਨੂੰ 10 ਸਾਲਾਂ ਦਾ ਪੱਟਾ ਸੌਂਪ ਦਿੱਤਾ। ਇਹ ਇਸ ਦੀ ਸਫਲਤਾ ਨਾਲ ਬਹੁਤ ਖੁਸ਼ ਹੋਇਆ ਅਤੇ ਉਸਨੇ 22 ਮਾਰਚ 1793 ਈਸਵੀ ਨੂੰ ਬੰਗਾਲ ਦੇ ਸਥਾਈ ਬੰਦੋਬਸਤ ਦੀ ਘੋਸ਼ਣਾ ਕਰ ਦਿੱਤੀ। ਇਸ ਬੰਦੋਬਸਤ ਨੂੰ ਬੰਗਾਲ, ਬਿਹਾਰ ਅਤੇ ਉੜੀਸਾ ਦੇ ਵਿੱਚ ਲਾਗੂ ਕੀਤਾ ਗਿਆ। ਅਗਲਾ ਮੇਨ ਪੁਆਇੰਟ ਹੈ ਸਥਾਈ ਬੰਦੋਬਸਤ ਦੇ ਉਦੇਸ਼। ਲਾਰਡ ਕਾਰਨਵਾਲਿਸ ਨੇ ਅਨੇਕ ਉਦੇਸ਼ਾਂ ਨੂੰ ਸਾਹਮਣੇ ਰੱਖਦੇ ਹੋਏ ਸਥਾਈ ਬੰਦੋਬਸਤ ਨੂੰ ਲਾਗੂ ਕੀਤਾ ਸੀ, ਜਿਨ੍ਹਾਂ ਵਿੱਚ ਪਹਿਲਾ ਹੈ ਸਰਕਾਰ ਦੁਆਰਾ ਸਥਾਈ ਤੌਰ 'ਤੇ ਜ਼ਮੀਂਦਾਰਾਂ ਤੋਂ ਬੰਦੋਬਸਤ ਕੀਤੇ ਜਾਣ ਨਾਲ ਉਸ ਦੀ ਆਮਦਨ ਨਿਸ਼ਚਿਤ ਹੋ ਜਾਏਗੀ। ਇਸ ਕਾਰਨ ਇੱਕ ਤਾਂ ਕੰਪਨੀ ਆਪਣੀ ਭਵਿੱਖਤੀ ਯੋਜਨਾਵਾਂ ਨੂੰ ਵਿਵਹਾਰਿਕ ਰੂਪ ਦੇ ਸਕੇਗੀ ਅਤੇ ਦੂਜਾ ਇਸ ਨਾਲ ਸਰਕਾਰ ਵਾਰ-ਵਾਰ ਲਗਾਨ ਨੂੰ ਨਿਸ਼ਚਿਤ ਕਰਨ ਦੇ ਸੰਕਟ ਤੋਂ ਵੀ ਮੁਕਤ ਹੋ ਜਾਏਗੀ। ਦੂਜਾ ਉਦੇਸ਼ ਜ਼ਮੀਂਦਾਰਾਂ ਨੂੰ ਜਿਨ੍ਹਾਂ ਨੂੰ ਪਹਿਲਾਂ ਕੇਵਲ ਲਗਾਨ ਇਕੱਠਾ ਕਰਨ ਦਾ ਅਧਿਕਾਰ ਸੀ, ਉਹਨਾਂ ਨੂੰ ਹੁਣ ਭੂਮੀ ਦੇ ਮਾਲਿਕ ਬਣਾ ਦਿੱਤੇ ਜਾਣ ਨਾਲ ਉਹ ਹਮੇਸ਼ਾ ਦੇ ਲਈ ਬ੍ਰਿਟਿਸ਼ ਰਾਜ ਦੇ ਪ੍ਰਤੀ ਵਫਾਦਾਰ ਬਣ ਜਾਣਗੇ ਅਤੇ ਬ੍ਰਿਟਿਸ਼ ਸਰਕਾਰ ਕਿਸੇ ਵੀ ਸੰਕਟ ਦੇ ਸਮੇਂ ਉਹਨਾਂ ਤੋਂ ਸਹਾਇਤਾ ਪ੍ਰਾਪਤ ਕਰਨ ਦੀ ਉਮੀਦ ਕਰ ਸਕਦੀ ਸੀ। ਤੀਜਾ ਉਦੇਸ਼ ਲਗਾਨ ਨੂੰ ਸਥਾਈ ਨਿਸ਼ਚਿਤ ਕਰ ਦਿੱਤੇ ਜਾਣ ਨਾਲ ਜ਼ਮੀਂਦਾਰ ਖੇਤੀ ਦਾ ਵਿਸਤਾਰ ਕਰਨ ਦੇ ਵਿੱਚ ਦਿਲਚਸਪੀ ਲੈਣਗੇ। ਉਹ ਜੰਗਲਾਂ ਨੂੰ ਸਾਫ਼ ਕਰਨਗੇ ਅਤੇ ਬੰਜਰ ਭੂਮੀ ਨੂੰ ਖੇਤੀ ਦੇ ਅਧੀਨ ਲਿਆਉਣ ਦੇ ਉਦੇਸ਼ ਨਾਲ ਜ਼ਿਆਦਾ ਤੋਂ ਜ਼ਿਆਦਾ ਪ੍ਰਯਾਸ ਕਰਨਗੇ। ਅਗਲਾ ਉਦੇਸ਼ ਸੀਗਾ ਸਥਾਈ ਬੰਦੋਬਸਤ ਦੇ ਦੁਆਰਾ ਕੰਪਨੀ ਸ਼ਹਿਰ ਦੇ ਅਮੀਰ ਵਰਗ ਨੂੰ ਖੇਤੀ ਕਾਰਜਾਂ ਦੇ ਲਈ ਪ੍ਰੇਰਿਤ ਕਰ ਸਕੇਗੀ। ਇਸ ਦੇ ਦੋ ਲਾਭ ਹੋਣਗੇ। ਪਹਿਲਾ, ਖੇਤੀ ਦੇ ਵਿਸਤਾਰ ਨਾਲ ਇੰਗਲੈਂਡ ਦੇ ਉਦਯੋਗਾਂ ਦੇ ਲਈ ਕੱਚਾ ਮਾਲ ਆਸਾਨੀ ਨਾਲ ਮਿਲ ਸਕੇਗਾ ਅਤੇ ਦੂਜਾ, ਧਨੀ ਵਰਗ ਦੁਆਰਾ ਖੇਤੀ ਦੇ ਖੇਤਰ ਵਿੱਚ ਪੈਸਾ ਲਗਾ ਦਿੱਤੇ ਜਾਣ ਨਾਲ ਉਹ ਉਦਯੋਗਿਕ ਖੇਤਰ ਵਿੱਚ ਇਹ ਜਿਹਾ ਨਹੀਂ ਕਰ ਸਕਣਗੇ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਪੈਸਾ ਅੰਗਰੇਜ਼ਾਂ ਦੇ ਦੁਆਰਾ ਲਾਇਆ ਜਾਊਗਾ। ਅਗਲਾ ਪੁਆਇੰਟ ਹੈ ਸਥਾਈ ਬੰਦੋਬਸਤ ਦੀਆਂ ਵਿਸ਼ੇਸ਼ਤਾਵਾਂ। ਇਹਦੇ ਵਿੱਚੋਂ ਛੋਟਾ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ਕਿ ਕੋਈ ਦੋ ਵਿਸ਼ੇਸ਼ਤਾਵਾਂ ਲਿਖੋ। ਇੰਪੋਰਟੈਂਟ ਹੈ ਕੁਐਸਚਨ ਇਹ। ਸਥਾਈ ਬੰਦੋਬਸਤ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਤਰ੍ਹਾਂ ਹਨ। ਪਹਿਲਾ, ਬੰਗਾਲ, ਬਿਹਾਰ ਅਤੇ ਉੜੀਸਾ ਦੇ ਜ਼ਮੀਂਦਾਰਾਂ ਨੂੰ ਸਥਾਈ ਰੂਪ ਨਾਲ ਭੂਮੀ ਦਾ ਸੁਆਮੀ ਮੰਨ ਲਿੱਤਾ ਗਿਆ। ਉਹਨਾਂ ਨੂੰ ਭੂਮੀ ਦਾ ਜੱਦੀ ਅਧਿਕਾਰ ਵੀ ਪ੍ਰਾਪਤ ਹੋ ਗਿਆ। ਅਗਲੀ ਵਿਸ਼ੇਸ਼ਤਾ, ਜ਼ਮੀਂਦਾਰਾਂ ਨੂੰ ਭੂਮੀ ਦੇ ਸਾਰੇ ਅਧਿਕਾਰ ਪ੍ਰਾਪਤ ਹੋ ਗਏ। ਉਹ ਭੂਮੀ ਨੂੰ ਵੇਚ ਸਕਦੇ ਸਨ ਜਾਂ ਉਸ ਨੂੰ ਗਿਰਵੀ ਜਾਂ ਗਹਿਣੇ ਰੱਖ ਸਕਦੇ ਸਨ। ਨੈਕਸਟ ਵਿਸ਼ੇਸ਼ਤਾ, ਜ਼ਮੀਂਦਾਰਾਂ ਦੁਆਰਾ ਦਿੱਤੇ ਜਾਣ ਵਾਲੇ ਲਗਾਨ ਨੂੰ ਹਮੇਸ਼ਾ ਦੇ ਲਈ ਨਿਸ਼ਚਿਤ ਕਰ ਦਿੱਤਾ ਗਿਆ। ਸਰਕਾਰ ਇਸ ਵਿੱਚ ਕੋਈ ਵਾਧਾ ਨਹੀਂ ਕਰ ਸਕਦੀ ਸੀ। ਸਰਕਾਰ ਨੇ ਲਗਾਨ ਦੀ ਦਰ 10/11 ਭਾਗ ਨਿਸ਼ਚਿਤ ਕਰ ਦਿੱਤੀ। ਜ਼ਮੀਂਦਾਰ ਆਪਣੇ ਕੋਲ 1/11 ਭਾਗ ਰੱਖ ਸਕਦੇ ਸਨ। ਨੈਕਸਟ, ਸਰਕਾਰ ਨੇ ਇਹ ਵਚਨ ਦਿੱਤਾ ਕਿ ਉਹ ਇਸ ਨਿਸ਼ਚਿਤ ਲਗਾਨ ਤੋਂ ਇਲਾਵਾ ਜ਼ਮੀਂਦਾਰਾਂ 'ਤੇ
ਨਾ ਤਾਂ ਕੋਈ ਹੋਰ ਕਰ ਲਾਊਗੀ ਅਤੇ ਨਾ ਹੀ ਉਹਨਾਂ ਤੋਂ ਕੋਈ ਨਜ਼ਰਾਨਾ ਆਦਿ ਲਿੱਤਾ ਜਾਵੇਗਾ। ਅਗਲੀ ਵਿਸ਼ੇਸ਼ਤਾ ਹੈ ਜ਼ਮੀਂਦਾਰਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਕਿ ਉਹ ਪੱਟੇ 'ਤੇ ਸਪਸ਼ਟ ਰੂਪ 'ਤੇ ਇਹ ਅੰਕਿਤ ਕਰੇ ਕਿ ਕਿਸਾਨਾਂ ਨੂੰ ਕਿੰਨੀ ਭੂਮੀ ਦਿੱਤੀ ਜਾ ਰਹੀ ਹੈ ਅਤੇ ਇਸ 'ਤੇ ਉਸ ਨੂੰ ਕਿੰਨਾ ਲਗਾਨ ਦੇਣਾ ਹੋਵੇਗਾ। ਅਗਲੀ ਵਿਸ਼ੇਸ਼ਤਾ ਜ਼ਮੀਂਦਾਰਾਂ ਦੀ ਇਹ ਜ਼ਿੰਮੇਵਾਰੀ ਹੋਵੇਗੀ ਕਿ ਉਹ ਨਿਸ਼ਚਿਤ ਕੀਤੇ ਗਏ ਲਗਾਨ ਨੂੰ ਸਮੇਂ 'ਤੇ ਜਮ੍ਹਾਂ ਕਰਾਏ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਸਰਕਾਰ ਨੂੰ ਇਹ ਅਧਿਕਾਰ ਹੋਏਗਾ ਕਿ ਉਹ ਉਸ ਦੀ ਭੂਮੀ ਦਾ ਕੁਝ ਭਾਗ ਵੇਚ ਕੇ ਇਸ ਲਗਾਨ ਦੀ ਰਾਸ਼ੀ ਨੂੰ ਵਸੂਲ ਕਰ ਸਕਦੀ ਹੈ। ਅਗਲੀ ਵਿਸ਼ੇਸ਼ਤਾ ਜ਼ਮੀਂਦਾਰਾਂ ਨੂੰ ਪ੍ਰਾਪਤ ਪ੍ਰਸ਼ਾਸਨਿਕ ਅਧਿਕਾਰਾਂ ਤੋਂ ਵੰਚਿਤ ਕਰ ਦਿੱਤਾ ਗਿਆ। ਸਰਕਾਰ ਜ਼ਮੀਂਦਾਰਾਂ ਅਤੇ ਕਿਸਾਨਾਂ ਦੇ ਮਾਮਲਿਆਂ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰੂਗੀ ਅਤੇ ਕਿਸਾਨਾਂ ਨੂੰ ਭੂਮੀ ਸੰਬੰਧੀ ਜੋ ਵੀ ਅਧਿਕਾਰ ਪ੍ਰਾਪਤ ਸਨ ਉਹਨਾਂ ਤੋਂ ਉਹ ਸਾਰੇ ਅਧਿਕਾਰ ਵਾਪਸ ਲੈ ਲਿੱਤੇ ਗਏ। ਇਸ ਤਰ੍ਹਾਂ ਇਸ ਸਥਾਈ ਬੰਦੋਬਸਤ ਦੇ ਵਿੱਚ ਜ਼ਮੀਨਾਂ ਦਾ ਮਾਲਿਕ ਜ਼ਮੀਂਦਾਰਾਂ ਨੂੰ ਮੰਨਿਆ ਗਿਆ ਅਤੇ ਕਿਸਾਨਾਂ ਦੀ ਸਥਿਤੀ ਦਿਨੋਂ ਦਿਨ ਤਰਸਯੋਗ ਹੁੰਦੀ ਚਲੀ ਗਈ। ਸਟੂਡੈਂਟਸ, ਅੱਜ ਦੀ ਕਲਾਸ ਵਿੱਚ ਇੰਨਾ ਹੀ, ਕਿਉਂਕਿ ਇਹ ਕੁਐਸਚਨ ਪਿਛਲੇ ਸਾਲ ਆਇਆ ਹੋਇਆ ਸੀ ਇਸ ਲਈ ਮੈਂ ਇਹਨੂੰ ਥੋੜ੍ਹਾ ਫਾਸਟ ਕਰਵਾਇਆ ਹੈ ਤਾਂ ਕਿ 3 ਜਾਂ 4 ਦਿਨਾਂ ਦੇ ਵਿੱਚ 3 ਦਿਨਾਂ ਦੇ ਵਿੱਚ ਘੱਟੋ ਘੱਟ ਇਹ ਪ੍ਰਸ਼ਨ ਪੂਰਾ ਹੋ ਜਾਏ, ਫਿਰ ਅੱਗੇ ਵਾਲੇ ਇੰਪੋਰਟੈਂਟ ਕੁਐਸਚਨ ਵੀ ਕੀਤੇ ਜਾ ਸਕਣ। ਕੁਐਸਚਨ ਪਿਛਲੇ ਸਾਲ ਆਇਆ ਜ਼ਰੂਰ ਹੈ ਪਰੰਤੂ ਕੁਐਸਚਨ ਰਿਪੀਟ ਵੀ ਹੁੰਦੇ ਹਨ, ਇਸ ਲਈ ਤੁਸੀਂ ਨੋਟਸ ਜ਼ਰੂਰ ਬਣਾਇਓ। ਅਗਲੇ ਦਿਨ ਦੀ ਕਲਾਸ ਵਿੱਚ ਇਸੇ ਪ੍ਰਸ਼ਨ ਨੂੰ ਅੱਗੇ ਜਾਰੀ ਰੱਖਾਂਗੇ। ਬਹੁਤ ਬਹੁਤ ਧੰਨਵਾਦ।